आदाब नमस्कार ते सत श्री अकाल। मैं गुरवीन गीत आप सब का स्वागत करती हाँ इंदी रेडियो ते। अजकल असी अपने आले दुआले ये दो अखर बहुत ज़्यादा सुनते पढ़ रहे हैं, एग्रीकल्चर ऑर्डीनेंसेस। पर ये एग्रीकल्चर ऑर्डीनेंसेस हुंदा की है? इनू समझण वास्ते कि सानू जानना पेगा कि सरकार की कहना चाहती, इन्हां किसान की कहना चाहते हैं कि इहदे विच प्राइवेट कंपनीज़ का की रोल है। तो ਹੁਣ ਜਿਵੇਂ ਆਪਾਂ ਇੰਨਾ ਟੈਕਨੀਕਲੀ ਨਹੀਂ ਜਾਣਦੇ ਇਹਨਾਂ ਸਾਰੀ ਚੀਜ਼ਾਂ ਨੂੰ, ਅਤੇ ਜਦੋਂ ਅਸੀਂ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਸੱਚੀ ਗੱਲ ਹੈ ਕਿ ਬਹੁਤ ਉਲਝਿਆ ਹੋਇਆ ਮਹਿਸੂਸ ਹੁੰਦਾ ਇਹ। ਅਤੇ ਮੈਨੂੰ ਹਮੇਸ਼ਾ ਹੁੰਦਾ ਵੀ ਜੇ ਤੁਸੀਂ ਕਿਸੇ ਚੀਜ਼ ਨੂੰ ਸਮਝਣਾ ਨਾ ਤਾਂ ਹਮੇਸ਼ਾ ਉਸ ਮੁੱਦੇ 'ਤੇ ਡਿਬੇਟ ਦੇਖੋ। ਅਤੇ ਆਪਾਂ ਡਿਬੇਟ ਅੱਜ ਕੱਲ੍ਹ ਆਪਾਂ ਨੂੰ ਦੇਖਣ ਦਾ ਇੱਕ ਜ਼ਰੀਆ ਹੈਗਾ ਨਿਊਜ਼ ਚੈਨਲਸ। ਪਰ ਪਤਾ ਹੀ ਨਹੀਂ ਆਪਣੇ ਅੱਜ ਕੱਲ੍ਹ ਦੇ ਨਿਊਜ਼ ਚੈਨਲਸ ਨੂੰ ਕੀ ਹੋ ਗਿਆ ਕਿ ਤੁਸੀਂ ਕੋਈ ਵੀ ਨਿਊਜ਼ ਚੈਨਲ ਦੇਖ ਲਓ, ਉਹਨਾਂ ਕੋਲ ਕੋਈ ਇੱਕ ਮੁੱਦੇ ਤੋਂ ਇਲਾਵਾ ਹੋਰ ਕੋਈ ਮੁੱਦਾ ਹੈ ਹੀ ਨਹੀਂ। ਪਤਾ ਨਹੀਂ ਉਹਨਾਂ ਨੂੰ ਦਿਖ ਨਹੀਂ ਰਿਹਾ ਕਿ ਆਪਣੇ ਦੇਸ਼ ਵਿੱਚ ਇੰਨਾ ਕੁਝ ਹੋ ਰਿਹਾ ਕਿ ਉਹਨਾਂ ਨੂੰ ਸਿਰਫ ਉਹੀ ਦਿਖ ਰਿਹਾ ਕਿ ਉੱਥੇ ਮੁੰਬਈ, ਮਹਾਰਾਸ਼ਟਰ ਜਾਂ ਕਿਤੇ ਹੋਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਆਪਾਂ ਸਭ ਨੂੰ ਹੀ ਪਤਾ ਹੈ। ਅਤੇ YouTube 'ਤੇ ਤੁਸੀਂ ਦੇਖਿਓ ਕੋਈ ਇੱਕ ਜਾਂ ਦੋ ਨਿਊਜ਼ ਚੈਨਲਸ ਤੋਂ ਇਲਾਵਾ ਤੁਹਾਨੂੰ ਕੋਈ ਨਿਊਜ਼ ਚੈਨਲ ਨਹੀਂ ਦਿਖੇਗਾ ਜਿਹਦੇ 'ਤੇ ਇਸ ਚੀਜ਼ ਬਾਰੇ ਡਿਸਕਸ਼ਨ ਕੀਤੀ ਹੋਵੇ ਉਹਨਾਂ ਨੇ, ਜਦੋਂ ਕਿ ਕਿੰਨਾ ਵੱਡਾ ਮੁੱਦਾ ਹੈ। ਆਪਣੀ 60% ਪਾਪੂਲੇਸ਼ਨ ਖੇਤੀ 'ਤੇ ਡਿਪੈਂਡ ਕਰਦੀ ਹੈ, ਆਪਣੀ ਗੌਰਮੈਂਟ ਦੀ 14% ਇਨਕਮ ਇਸ ਜਗ੍ਹਾ ਤੋਂ ਆ ਰਹੀ ਹੈ, ਐਗਰੀਕਲਚਰ ਤੋਂ ਆ ਰਹੀ ਹੈ। ਅਤੇ ਮੈਨੂੰ ਦੋ ਵੀਡੀਓਜ਼ ਬਹੁਤ ਸੋਹਣੀਆਂ ਲੱਗੀਆਂ ਸੀਗੀਆਂ। ਇੱਕ ਤਾਂ ਸਾਬੀ ਸਰ ਨੇ ਵੀਡੀਓ ਪੋਸਟ ਕੀਤੀ ਸੀ 1-2 ਦਿਨ ਪਹਿਲਾਂ, ਉਹਦੇ 'ਚ ਬਹੁਤ ਸਾਰੇ ਕੰਸੈਪਟ ਕਲੀਅਰ ਹੋ ਰਹੇ ਇਹਦੇ ਬਾਰੇ। ਅਤੇ ਇੱਕ YouTube 'ਤੇ ਵੀਡੀਓ ਸੀ ਫਤਿਹ ਐਡੀਕੌਮ ਦੀ, ਉਹ ਵੀ ਕਿਤੇ ਨਾ ਕਿਤੇ ਦੱਸਦੀ ਹੈ ਕਿ ਅੱਛਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਸ ਤੋਂ ਇਲਾਵਾ ਗੂਗਲ ਵਗੈਰਾ ਬਹੁਤ ਜਗ੍ਹਾ ਤੋਂ ਪੜ੍ਹਨਾ ਪੈ ਰਿਹਾ ਕਿਉਂਕਿ ਇੱਕ ਸੋਰਸ ਨਹੀਂ ਮਿਲਦਾ ਜਿਹਦੇ ਤੇ ਤੁਹਾਨੂੰ ਹਰ ਚੀਜ਼ ਇਕੱਠੀ ਕਰਕੇ ਮਿਲੇ। ਅਤੇ ਨਿਊਜ਼ ਚੈਨਲਸ ਤੋਂ ਤਾਂ ਹੁਣ ਤਾਂ ਉਮੀਦ ਹੀ ਖਤਮ ਹੋ ਗਈ ਹੈ ਸੱਚੀ ਦੱਸੀਏ ਤਾਂ। ਜਿਵੇਂ ਇੱਕ ਵਾਰ ਕੀ ਹੋਇਆ ਸੀ 1930 ਵਿੱਚ BBC ਕੋਲ ਨਾ ਕੋਈ ਨਿਊਜ਼ ਨਹੀਂ ਬਚੀ ਸੀ ਕਿ ਉਸ ਦਿਨ ਪਤਾ ਨਹੀਂ ਕਿ ਇਹੋ ਜਿਹਾ ਇੰਨਾ ਸ਼ਾਂਤ ਦਿਨ ਸੀਗਾ ਕਿ ਉਹਨਾਂ ਕੋਲ ਕੁਛ ਨਹੀਂ ਸੀ, ਅਤੇ ਉਹਨਾਂ ਨੇ ਨਾ ਸਿਰਫ ਉੱਥੇ ਇੰਨਾ ਕਿਹਾ ਦੇਰ ਇਜ਼ ਨੋ ਨਿਊਜ਼ ਟੂਡੇ, ਅਤੇ ਉਹਨਾਂ ਨੇ ਪਿਆਨੋ ਮਿਊਜ਼ਿਕ ਪਲੇ ਕਰਤਾ ਸੀਗਾ। ਅਤੇ ਮੈਨੂੰ ਲੱਗਦਾ ਆਪਣੇ ਅੱਜ ਕੱਲ੍ਹ ਦੇ ਨਿਊਜ਼ ਚੈਨਲਸ ਨੂੰ ਵੀ ਐਂ ਲੱਗ ਰਿਹਾ ਕਿ ਹੋਰ ਕੋਈ ਨਿਊਜ਼ ਹੈ ਹੀ ਨਹੀਂ, ਅਤੇ ਉਹ ਸਿਰਫ ਉਹੀ ਇੱਕੋ ਆਪਣੀ ਕੈਸਟ ਘੁਮਾਈ ਜਾ ਰਹੀ ਹੈ। ਅਤੇ ਮਤਲਬ ਹੁਣ ਜਿੰਨਾ ਕੁ ਪੜ੍ਹਿਆ ਜਾਂ ਜਿੰਨਾ ਕੁ ਸਮਝਿਆ ਮੈਂ ਕੋਸ਼ਿਸ਼ ਕਰੂੰਗੀ ਕਿ ਬਹੁਤ ਹੀ ਘੱਟ ਸ਼ਬਦਾਂ ਵਿੱਚ ਉਸ ਚੀਜ਼ ਨੂੰ ਦੱਸਿਆ ਜਾਵੇ ਇਹਦੇ ਵਿੱਚ, ਅਤੇ ਬਹੁਤ ਹੀ ਸਿੰਪਲ ਸ਼ਬਦਾਂ ਵਿੱਚ, ਤਾਂ ਕਿ ਹਰ ਕੋਈ ਇਸ ਚੀਜ਼ ਨੂੰ ਸਮਝ ਪਾਏ। ਅਤੇ ਆਪਾਂ ਨੂੰ ਐਗਰੀਕਲਚਰ ਆਰਡੀਨੈਂਸ ਪੜ੍ਹ ਕੇ ਸਮਝ ਆ ਰਿਹਾ ਵੀ ਇਹ ਰਿਲੇਟਡ ਤੋਂ ਖੇਤੀਬਾੜੀ ਹੈ, ਪਰ ਇਹ ਆਰਡੀਨੈਂਸ ਚੀਜ਼ ਕੀ ਹੈ? ਅਤੇ ਅਗਰ ਸਿੰਪਲ ਸ਼ਬਦਾਂ 'ਚ ਕਹੀਏ ਤਾਂ ਆਰਡੀਨੈਂਸ ਉਹ ਵਾਲੇ ਲਾਜ਼ ਨੇ ਜਿਹੜੇ ਕਿ ਪਾਸ ਕੀਤੇ ਜਾਂਦੇ ਨੇ ਇਮੀਡੀਏਟ ਐਕਸ਼ਨ ਲੈਣ ਲਈ, ਕਿ ਇੱਕੋਦਮ ਬਹੁਤ ਜ਼ਿਆਦਾ ਜ਼ਰੂਰਤ ਪੈ ਗਈ। ਹੁਣ ਪਤਾ ਨਹੀਂ ਕੋਰੋਨਾ ਵਿੱਚ ਉਹਨਾਂ ਨੇ ਇੱਕੋਦਮ ਕਿਹੜੀ ਇੰਨੀ ਜ਼ਰੂਰਤ ਪਈ ਸੀ ਕਿ ਉਹਨਾਂ ਨੇ ਇਹ ਵਾਲੇ ਆਰਡੀਨੈਂਸ ਪਾਸ ਕੀਤੇ। ਅਤੇ ਉਦੋਂ ਪਾਸ ਹੁੰਦੇ ਨੇ ਜਦੋਂ ਪਾਰਲੀਮੈਂਟ ਦੇ ਸੈਸ਼ਨਸ ਨਹੀਂ ਚੱਲ ਰਹੇ ਹੁੰਦੇ। ਜਿਵੇਂ ਆਪਾਂ ਕਹਿੰਦੇ ਨੇ ਕਿ 2 ਸੈਸ਼ਨ ਦੇ ਵਿੱਚ ਜਿਹੜਾ 6 ਮਹੀਨੇ ਦਾ ਵਕਫਾ ਹੁੰਦਾ ਹੈ ਇਹ ਉਹਦੇ ਵਿੱਚ ਪਾਸ ਕੀਤਾ ਗਿਆ ਹੈ, ਅਤੇ ਵੈਲਿਡ ਵੀ 6 ਮਹੀਨੇ ਤੱਕ ਹੀ ਹੁੰਦਾ ਹੈ ਪਲੱਸ 6 ਵੀਕਸ। ਜਿਵੇਂ ਮੰਨ ਲਓ ਹੁਣ ਮਾਨਸੂਨ ਸੈਸ਼ਨ ਬੈਠ ਗਿਆ ਆਪਣਾ, ਅਤੇ ਉਹਦੇ ਵਿੱਚ ਕੀ ਹੋਏਗਾ 6 ਵੀਕਸ ਦੇ ਅੰਦਰ ਅੰਦਰ, ਅਤੇ ਜੇ ਇਹ ਪਾਸ ਹੋ ਗਿਆ ਬਿੱਲ ਦੋਵੇਂ ਲੋਕ ਸਭਾ ਅਤੇ ਰਾਜ ਸਭਾ ਤੋਂ, ਫਿਰ ਤਾਂ ਇਹ ਬਣ ਗਿਆ ਐਕਟ। ਆਲਦੋ ਇਹ ਹਜੇ ਵੀ ਐਕਟ ਵਾਂਗੂ ਹੀ ਪਾਵਰਫੁਲ ਹੈ, ਬਟ ਉਦੋਂ ਇਹ 'ਤੇ ਪਰਮਾਨੈਂਟ ਜਗ੍ਹਾ ਬਣ ਜੂਗੀ। ਅਤੇ ਜੇ 6 ਵੀਕਸ ਦੇ ਅੰਦਰ ਅੰਦਰ ਨਾ ਪਾਸ ਹੋ ਪਾਇਆ ਤਾਂ ਫਿਰ ਇਹ ਇੱਥੇ ਡਿਜ਼ੋਲਵ ਹੋ ਜਾਏਗਾ, ਮਤਲਬ ਇਹ ਚੀਜ਼ ਖਤਮ ਹੈ ਇੱਥੇ। ਤਾਂ ਹੁਣ ਆਪਾਂ ਦੇਖਿਆ ਕਿ ਆਰਡੀਨੈਂਸ ਕੀ ਹੈ, ਅਤੇ ਹੁਣ ਆਪਾਂ ਇਹ ਦੇਖਾਂਗੇ ਕਿ ਆਪਣੇ ਐਗਰੀਕਲਚਰ ਆਰਡੀਨੈਂਸ 'ਚ ਕੀ ਕੁਛ ਆਇਆ ਹੈ। ਇਹਨਾਂ ਨੇ 3 ਆਰਡੀਨੈਂਸ ਪਾਸ ਕੀਤੇ ਨੇ। ਸਭ ਤੋਂ ਪਹਿਲਾਂ ਤਾਂ ਇਹੀ ਹੈ ਜ਼ਰੂਰੀ ਵਸਤਾਂ ਐਕਟ ਵਿੱਚ ਸੰਸ਼ੋਧਨ ਜ਼ਰੀਏ ਕਿਸਾਨਾਂ ਦੀ ਰੈਗੂਲਰ ਵਿਵਸਥਾ ਨੂੰ ਉਦਾਰ ਬਣਾਇਆ ਗਿਆ। ਖੇਤੀਬਾੜੀ ਉਪਜ ਤੇ ਰੁਕਾਵਟ ਰਹਿਤ ਇੰਟਰਸਟੇਟ ਤੇ ਇੰਟਰਾਸਟੇਟ ਵਪਾਰ ਨੂੰ ਹੁਲਾਰਾ ਦੇਣ ਲਈ ਆਰਡੀਨੈਂਸ ਲਿਆਉਣ ਨੂੰ ਪ੍ਰਵਾਨਗੀ। ਪ੍ਰੋਸੈਸਰਾਂ, ਸਮੂਹਕਾਂ, ਥੋਕ ਵਿਕਰੇਤਾਵਾਂ, ਵੱਡੇ ਰਿਟੇਲਰਾਂ, ਨਿਰਯਾਤਕਾਂ ਨਾਲ ਸੌਦਾ ਕਰਨ ਲਈ ਕਿਸਾਨਾਂ ਨੂੰ ਸਸ਼ਕਤ ਬਣਾਇਆ ਗਿਆ। ਅਤੇ ਜਿਹੜੇ 3 ਆਰਡੀਨੈਂਸ ਹੈ, ਹੁਣ ਆਪਾਂ ਪਹਿਲਾਂ ਸਰਕਾਰ ਦਾ ਵਿਊ ਪੁਆਇੰਟ ਦੇਖਾਂਗੇ ਕਿ ਸਰਕਾਰ ਨੇ ਕਿਉਂ ਇਹ ਜਾਰੀ ਕੀਤੇ ਨੇ 3। ਜਿਹੜਾ ਸਭ ਤੋਂ ਪਹਿਲਾ ਪੁਆਇੰਟ ਹੈ ਜ਼ਰੂਰੀ ਵਸਤਾਂ ਵਾਲਾ, ਉਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਨੇ ਐਸੈਂਸ਼ੀਅਲ ਕਮੋਡਿਟੀਜ਼। ਅਤੇ ਸਭ ਤੋਂ ਪਹਿਲਾਂ 1955 ਵਿੱਚ ਆਇਆ ਸੀਗਾ, ਜਦੋਂ ਸਰਕਾਰ ਨੂੰ ਇੱਦਾਂ ਮਹਿਸੂਸ ਹੋਇਆ ਕਿ ਕਿਤੇ ਐਮਰਜੈਂਸੀ ਸਿਚੁਏਸ਼ਨ ਨਾ ਪੈ ਜਾਏ, ਮਤਲਬ ਭੁੱਖਮਰੀ ਨਾ ਹੋ ਜਾਏ ਜਾਂ ਕੁਛ ਹੋਰ ਨਾ ਹੋ ਜਾਏ। ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਇੱਕ ਲਿਮਿਟ ਤੋਂ ਵੱਧ ਇਕੱਠਾ ਕਰਕੇ ਨਹੀਂ ਰੱਖ ਸਕਦੇ। ਉਹਦਾ ਐਸੈਂਸ਼ੀਅਲ ਕਮੋਡਿਟੀਜ਼ ਜਿਹੜੀ ਲਿਸਟ ਹੈ ਇਹ ਸਰਕਾਰ ਖੁਦ ਤਿਆਰ ਕਰਦੀ ਹੈ। ਜਿਵੇਂ ਇਹਦੇ ਵਿੱਚ ਅਨਾਜ ਹੁੰਦਾ ਹੈ, ਦਾਲਾਂ ਹੁੰਦੀਆਂ ਨੇ, ਆਪਣੀਆਂ ਦਵਾਈਆਂ ਹੋ ਗਈਆਂ ਜਾਂ ਹੋਰ ਜਿਹੜੀਆਂ ਚੀਜ਼ਾਂ ਇਹਦੇ ਨਾਲ ਰਿਲੇਟਿਡ ਨੇ, ਅਤੇ ਸਰਕਾਰ ਇਹਨੂੰ ਘਟਾ ਵਧਾ ਸਕਦੀ ਹੈ। ਜਿਵੇਂ ਹੁਣ ਰੀਸੈਂਟਲੀ ਮਾਰਚ ਵਿੱਚ ਕੋਰੋਨਾ ਕਾਰਨ ਉਹਨਾਂ ਨੇ ਮਾਸਕ ਅਤੇ ਸੈਨੀਟਾਈਜ਼ਰ ਨੂੰ ਐਸੈਂਸ਼ੀਅਲ ਕਮੋਡਿਟੀ ਕਹਿਤਾ ਸੀ, ਪਰ ਜੁਲਾਈ ਵਿੱਚ ਉਸ ਚੀਜ਼ ਨੂੰ ਵਾਪਸ ਲੈ ਲਿਆ ਗਿਆ। ਇਹਦਾ ਕੀ ਹੁੰਦਾ ਕਿ ਇਹਦਾ ਪ੍ਰੋਡਕਸ਼ਨ, ਇਹਦੀ ਸਪਲਾਈ, ਇਹਦੀ ਡਿਸਟਰੀਬਿਊਸ਼ਨ, ਇਹਦਾ ਮਾਰਕੀਟ ਪ੍ਰਾਈਸ, ਇਹ ਸਭ ਕੁਝ ਗੌਰਮੈਂਟ ਆਪਣੇ ਹੱਥ ਵਿੱਚ ਰੱਖਦੀ ਹੈ ਐਸੈਂਸ਼ੀਅਲ ਕਮੋਡਿਟੀਜ਼ ਦਾ। ਅਤੇ ਹੁਣ ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਕਿ ਉਹ ਕਹਿੰਦੇ ਸੀ ਕਿ ਲਿਮਿਟਡ ਸਟਾਕ ਤੁਸੀਂ ਰੱਖ ਸਕਦੇ ਹੋ ਤਾਂ ਕਿ ਬਲੈਕ ਮਾਰਕੀਟਿੰਗ ਨਾ ਹੋ ਪਾਵੇ, ਕਿ ਇੱਕੋਦਮ ਰੇਟ ਨਾ ਵੱਧ ਜਾਣ। ਪਰ ਹੁਣ ਉਹਨਾਂ ਨੇ ਕੀ ਕਹਿਤਾ, ਹੁਣ ਕਹਿੰਦੇ ਕਿ ਤੁਸੀਂ ਜਿੰਨਾ ਮਰਜ਼ੀ ਇਕੱਠਾ ਕਰੋ, ਤੁਹਾਡੇ ਤੇ ਕੋਈ ਰੋਕ ਨਹੀਂ ਹੈ, ਕਿ ਚਾਹੇ ਘਰੇ ਕਰੋ ਚਾਹੇ ਕੋਲਡ ਸਟੋਰੇਜ 'ਤੇ ਕਰੋ, ਤੁਸੀਂ ਜਿੱਥੇ ਵੀ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ।
ਤੇ ਉਹ ਕਹਿੰਦੇ ਕਿ ਅਸੀਂ ਸਿਰਫ 2 ਹਾਲਾਤਾਂ ਵਿੱਚ ਤੁਹਾਨੂੰ ਮਨਾ ਕਰਾਂਗੇ। ਪਹਿਲਾ ਉਦੋਂ ਜਦੋਂ ਕੋਈ ਐਮਰਜੈਂਸੀ ਲੱਗ ਗਈ, ਮੰਨ ਲਓ ਯੁੱਧ ਹੋ ਗਿਆ ਜਾਂ ਭੁੱਖਮਰੀ ਫੈਲ ਗਈ ਕਿ ਜਦੋਂ ਲੋਕਾਂ ਨੂੰ ਨਹੀਂ ਮਿਲ ਰਿਹਾ, ਤਾਂ ਉਦੋਂ ਅਸੀਂ ਲਿਮਿਟ ਕਰਾਂਗੇ ਇਸ ਚੀਜ਼ ਨੂੰ, ਉਦੋਂ ਅਸੀਂ ਆਪਣੇ ਹੱਥ 'ਚ ਲਵਾਂਗੇ। ਅਦਰਵਾਈਜ਼ ਇਹ ਸਭ ਤੁਹਾਡੇ ਹੱਥ 'ਚ, ਤੁਸੀਂ ਕਿੰਨਾ ਜਮ੍ਹਾਂ ਕਰਨਾ ਕਿੰਨਾ ਨਹੀਂ। ਤੇ ਦੂਜਾ ਇਹ ਕਿ ਜੇ ਇਹਨਾਂ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ, ਜਿਵੇਂ ਹਾਰਟੀਕਲਚਰ ਪ੍ਰੋਡਕਟਸ ਅਗਰ 50% ਰੇਟ ਵੱਧ ਗਏ, ਜਿਹੜੇ ਨਾਨ ਪੈਰੀਸ਼ੇਬਲ ਫੂਡ ਆਈਟਮਸ ਅਗਰ ਉਹਦੇ ਤੇ 100% ਰੇਟ ਵੱਧ ਗਏ, ਇਹ ਫਿਰ ਕੁਝ ਐਕਸ਼ਨਸ ਲੈਣਗੇ। ਅਦਰਵਾਈਜ਼ ਇਹਨਾਂ ਦਾ ਕੋਈ ਐਕਸ਼ਨ ਨਹੀਂ ਰਹੇਗਾ ਕਿ ਸਰਕਾਰਾਂ ਦਾ ਐਸੈਂਸ਼ੀਅਲ ਕਮੋਡਿਟੀਜ਼ ਨੂੰ ਲੈ ਕੇ। ਤੇ ਹੁਣ ਜਿਵੇਂ ਆਪਾਂ ਸਰਕਾਰ ਬੈਨੀਫਿਟ ਇਹਦੇ 'ਚ ਇਹ ਦੇਖਦੀ ਹੈ, ਕਹਿੰਦੇ ਕਿ ਜੇ ਅਸੀਂ ਕਹਿਤਾ ਵੀ ਤੁਸੀਂ ਜਮ੍ਹਾਂ ਕਰ ਸਕਦੇ ਹੋ, ਤੁਸੀਂ ਆਪਣੇ ਹਿਸਾਬ ਨਾਲ ਸਭ ਕਰ ਸਕਦੇ ਹੋ, ਇਹਦੇ ਨਾਲ ਕੀ ਹੋਏਗਾ, ਉਹਦੀ ਮਾਰਕੀਟ ਪ੍ਰਾਈਸ ਬਣੀ ਰਹੂਗੀ। ਕਿਉਂਕਿ ਜੇ ਚੀਜ਼ ਕੋਈ ਐਕਸੈਸ ਵਿੱਚ ਹੋ ਜਾਏਗੀ ਮਾਰਕੀਟ ਵਿੱਚ, ਤਾਂ ਉਹਦਾ ਮਾਰਕੀਟ ਪ੍ਰਾਈਸ ਘੱਟ ਜਾਂਦਾ ਹੈ, ਆਪਾਂ ਨੂੰ ਸਭ ਨੂੰ ਪਤਾ ਹੈ। ਤੇ ਉਹ ਕਹਿੰਦੇ ਕਿ ਇਹਦੇ ਨਾਲ ਕੀ ਹੋਏਗਾ, ਇਹਦੇ ਨਾਲ ਡਿਸਟਰੀਬਿਊਸ਼ਨ ਵਧੇਗੀ, ਡਿਸਟਰੀਬਿਊਸ਼ਨ ਵਧੂਗੀ, ਕੰਪੀਟੀਸ਼ਨ ਵਧੂਗਾ, ਮਤਲਬ ਮਾਰਕੀਟ ਪ੍ਰਾਈਸ ਵਧੇਗੀ। ਮਾਰਕੀਟ ਪ੍ਰਾਈਸ ਵਧੇਗੀ ਮਤਲਬ ਜਿਹੜਾ ਐਵੇਂ ਆਪਾਂ ਐਕਸੈਸ ਨਹੀਂ ਕਹਿ ਸਕਦੇ, ਬਟ ਇਹ ਆਪਾਂ ਕਹਿੰਦੇ ਨੇ ਕਿ ਇਨਫਲੇਸ਼ਨ ਹੋ ਜਾਂਦੀ ਤੇ ਇੱਕ ਡਿਫਲੇਸ਼ਨ ਹੋ ਜਾਂਦੀ, ਕਿ ਇਹ ਦੋਵੇਂ ਚੀਜ਼ਾਂ ਨਹੀਂ ਹੋਣਗੀਆਂ, ਬਟ ਇੱਕ ਕੌਨਸਟੈਂਟ ਚੱਲੇਗਾ ਕੰਮ। ਤੇ ਹੁਣ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਸੈਕਿੰਡ ਪੁਆਇੰਟ ਡਿਸਕਸ ਕੀਤਾ ਹੈ ਕਿ ਰੁਕਾਵਟ ਨਹੀਂ ਆਊਗੀ ਖੇਤੀਬਾੜੀ ਉਪਜ ਵਿੱਚ। ਉਹਦਾ ਇਹ ਹੈ ਕਿ ਪਹਿਲਾਂ ਕੀ ਹੁੰਦਾ ਸੀ, ਇੱਕ ਸਟੇਟ ਤੋਂ ਜਦ ਦੂਜੀ ਸਟੇਟ 'ਚ ਤੁਸੀਂ ਆ ਫਸਲਾਂ ਦਾ ਸੌਦਾ ਕਰਨਾ ਹੁੰਦਾ ਸੀ ਜਾਂ ਕੁਝ, ਬਹੁਤ ਸਾਰੇ ਪ੍ਰੋਸੀਜਰਸ, ਬਹੁਤ ਸਾਰੇ ਡਾਕੂਮੈਂਟਸ ਲੱਗਦੇ ਹੁੰਦੇ ਸੀ। ਤੇ ਹੁਣ ਇਹਨਾਂ ਨੇ ਇੱਕ ਕਹਿਤਾ ਕਿ ਇੱਕ ਦੇਸ਼ ਇੱਕ ਖੇਤੀਬਾੜੀ ਬਾਜ਼ਾਰ, ਮਤਲਬ ਸਭ ਨੇ ਇੱਕ ਕਾਮਨ ਗਰਾਊਂਡ ਤੇ ਕਰਤਾ ਕਿ ਚਾਹੇ ਤੁਸੀਂ ਹਰਿਆਣਾ ਤੋਂ ਲਿਆਓ, ਹਿਮਾਚਲ ਤੋਂ ਲਿਆਓ, ਤੁਸੀਂ ਉੱਧਰ ਵੇਚਣੀ ਇੱਧਰ ਵੇਚਣੀ, ਕਿ ਸਭ ਬਹੁਤ ਹੀ ਨੋਰਮਲ ਤਰੀਕੇ ਨਾਲ ਹੋਏਗਾ। ਤੇ ਇਹਦੇ ਨਾਲ ਉਹ ਕਹਿੰਦੇ ਕਿ ਇਹਦੇ ਨਾਲ ਕੀ ਕਿ ਕਿਸਾਨਾਂ ਨੂੰ ਦਰ ਭਟਕਣਾ ਨਹੀਂ ਪਊਗਾ, ਕਿ ਉਹਨਾਂ ਨੂੰ ਇੱਕ ਓਪਰਚੁਨਿਟੀ ਮਿਲ ਗਈ ਆਰਾਮ ਨਾਲ ਆਪਣੀ ਫਸਲਾਂ ਨੂੰ ਵੇਚਣ ਤੇ ਖਰੀਦਣ ਦੀ। ਉਸ ਤੋਂ ਬਾਅਦ ਜਿਹੜਾ ਤੀਸਰਾ ਪੁਆਇੰਟ ਆਉਂਦਾ ਪ੍ਰੋਸੈਸਰਾਂ, ਸਮੂਹ ਅਤੇ ਥੋਕ ਵਿਕਰੇਤਾਵਾਂ, ਇਹਦਾ ਕੀ ਹੈ, ਇਹ ਮੇਨ ਡੀਲ ਕਰਦਾ ਪ੍ਰਾਈਵੇਟ ਕੰਪਨੀਜ਼ ਨਾਲ। ਸਰਕਾਰ ਕੀ ਕਹਿੰਦੀ ਹੈ, ਸਰਕਾਰ ਕਹਿ ਰਹੀ ਹੈ ਵੀ ਜਿਹੜੀ ਪ੍ਰਾਈਵੇਟ ਕੰਪਨੀਜ਼ ਹੈ ਉਹ ਕਿਸਾਨਾਂ ਤੋਂ ਸਿੱਧਾ ਫਸਲ ਲਵੇ ਆ ਕੇ, ਕਿ ਵਿੱਚ ਕੋਈ ਮਿਡਲਮੈਨ ਨਾ ਹੋਵੇ, ਮਤਲਬ ਕਿ ਆੜ੍ਹਤੀਏ ਨਾ ਹੋਣ। ਉਹਨਾਂ ਨੇ ਮੰਡੀਕਰਨ ਬੰਦ ਨਹੀਂ ਕੀਤਾ ਸਰਕਾਰਾਂ ਨੇ, ਪਰ ਅਗਰ ਤੁਸੀਂ ਉਹਦੇ ਬਰਾਬਰ ਕੋਈ ਇੱਕ ਚੀਜ਼ ਲਿਆ ਕੇ ਖੜੀ ਕਰ ਰਹੇ ਹੋ, ਜਿਵੇਂ ਵੀਡੀਓ 'ਚ ਉਹਨਾਂ ਬੜੀ ਸੋਹਣੀ ਐਗਜ਼ਾਮਪਲ ਯੂਜ਼ ਕੀਤੀ ਸੀ, ਕਹਿੰਦੇ ਕਿ ਜਿਵੇਂ ਜੀਓ ਹੈ, ਤੇ ਜੀਓ ਦਾ ਕੀ ਹੈ ਕਿ ਉਹਨੇ ਆ ਕੇ ਐਂ ਤਾਂ ਨਹੀਂ ਸੀਗਾ ਕਿ ਸਾਰੀ ਕੰਪਨੀਜ਼ ਨੂੰ ਬੰਦ ਕਰਤਾ, ਪਰ ਉਹਨੇ ਆ ਕੇ ਸਟ੍ਰੈਟੇਜੀਜ਼ ਇਹੋ ਜਿਹੀ ਅਪਣਾਈਆਂ ਕਿ ਉਹਨੇ ਸਭ ਤੋਂ ਪਹਿਲਾਂ ਆਪਾਂ ਨੂੰ ਫ੍ਰੀ ਸਿਮਸ ਦੇਤੇ, ਆਪਾਂ ਨੂੰ ਫੈਸਿਲਿਟੀਜ਼ ਦੇਤੀਆਂ। ਤੇ ਹੌਲੀ ਹੌਲੀ ਜਦੋਂ ਸਾਰੀ ਕੰਪਨੀਜ਼ ਦਾ ਕੰਮ ਬੰਦ ਹੋ ਗਿਆ, ਹੁਣ ਉਹਨਾਂ ਨੂੰ ਪਤਾ ਸੀ ਹੁਣ ਸਾਡਾ ਹੀ ਚੱਲੇਗਾ, ਤੇ ਫਿਰ ਉਹਨਾਂ ਨੇ ਰੇਟ ਵਧਾਏ। ਆਪਾਂ ਕਹਿ ਸਕਦੇ ਕਿਤੇ ਨਾ ਕਿਤੇ ਇਹ ਚੀਜ਼ ਵੀ ਮੇ ਬੀ ਵੈਲਿਡ ਹੋਵੇ ਕਿ ਜਿਵੇਂ ਸਭ ਤੋਂ ਪਹਿਲਾਂ ਕਿਸਾਨਾਂ ਨੇ ਫੈਸਿਲਿਟੀਜ਼ ਦੇਤੀਆਂ, ਉਹਦੇ ਬਰਾਬਰ ਇੱਕ ਪ੍ਰਾਈਵੇਟ ਕੰਪਨੀਜ਼ ਲਿਆ ਕੇ ਜਿਹੜੇ ਤੁਹਾਨੂੰ ਵੱਧ ਮਾਰਕੀਟ ਪ੍ਰਾਈਸ ਤੋਂ ਦੇ ਰਹੀ ਹੈ, ਜਿਹੜੀ ਤੁਹਾਨੂੰ ਸਹੂਲਤਾਂ ਦੇ ਰਹੀ ਹੈ, ਜਿਹੜੀ ਤੁਹਾਨੂੰ ਇਹ ਕਹਿ ਰਹੀ ਕਿ ਤੁਹਾਨੂੰ ਫਸਲਾਂ ਨੂੰ ਲੈ ਕੇ ਮੰਡੀਆਂ 'ਚ ਬੈਠਣ ਦੀ ਨਹੀਂ ਲੋੜ, ਤੁਸੀਂ ਸਾਡੇ ਕੋਲ ਆਓ, ਡਾਇਰੈਕਟ ਪੇਮੈਂਟ ਲਓ ਤੇ ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਕਰਨਾ ਤੁਸੀਂ ਕਰ ਸਕਦੇ ਹੋ। ਪਰ ਇਹਦਾ ਇਸ ਪੁਆਇੰਟ ਦਾ ਵਿਰੋਧ ਸਭ ਤੋਂ ਵੱਧ ਹੋ ਰਿਹਾ ਕਿਸਾਨਾਂ 'ਚ, ਉਹ ਆਪਾਂ ਹੁਣੇ ਦੇਖਾਂਗੇ ਕਿ ਕਿਉਂ ਹੈ ਇਹ। ਤੇ ਹੁਣ ਜਿਹੜੇ ਆਪਾਂ ਇਹ 3 ਪੁਆਇੰਟਸ ਡਿਸਕਸ ਕੀਤੇ ਨੇ, ਇਹ ਆਪਾਂ ਸਰਕਾਰ ਦੇ ਵਿਊ ਪੁਆਇੰਟ ਤੇ ਕੀਤੇ ਨੇ ਕਿ ਸਰਕਾਰ ਕਿਉਂ ਕਹਿੰਦੀ ਹੈ ਕਿ ਇਹਦਾ ਬੈਨੀਫਿਟ ਹੈ। ਮੇਨ ਉਹਨਾਂ ਦਾ ਇਹ ਹੈ ਕਿ ਇਹਦੇ ਨਾਲ ਉਹਨਾਂ ਦੀ ਇਨਕਮ ਵਧੂਗੀ ਕਿਸਾਨਾਂ ਦੀ, ਕਿਉਂਕਿ ਕਮਿਸ਼ਨ ਨਹੀਂ ਜਾ ਰਿਹਾ ਆੜ੍ਹਤੀਆਂ ਨੂੰ। ਤੇ ਦੂਜਾ ਹੈ ਕਿ ਕਿਸਾਨਾਂ ਦਾ ਉਹਨਾਂ ਨੂੰ ਫਸਲਾਂ ਵੇਚਣੀਆਂ ਤੇ ਖਰੀਦਣੀਆਂ ਸੌਖੀਆਂ ਹੋ ਜਾਣਗੀਆਂ, ਕਿ ਉਹਨਾਂ ਦੀ ਪੋਲਿਸੀਜ਼ ਇੱਦਾਂ ਦੀਆਂ। ਹੁਣ ਆਪਾਂ ਦੇਖਦੇ ਹਾਂ ਪਰ ਇਹਦਾ ਰਿਜ਼ਲਟ ਕੀ ਹੋਇਆ। ਇਹਦਾ ਰਿਜ਼ਲਟ ਹੋਇਆ ਇਹ ਧਰਨੇ, ਰੋਸ ਮੁਜ਼ਾਹਰੇ। ਇਹ ਕਿਉਂ ਹੋਇਆ, ਹੁਣ ਆਪਾਂ ਇਹ ਦੇਖਦੇ ਹਾਂ ਕਿ ਕਿਸਾਨਾਂ ਦਾ ਕੀ ਕਹਿਣਾ ਹੈ। ਕਿਸਾਨਾਂ ਦਾ ਕਹਿਣਾ ਇਹ ਹੈ ਕਿ ਜਿਹੜੀ ਹੁਣ ਸਭ ਤੋਂ ਪਹਿਲਾ ਪੁਆਇੰਟ ਤੋਂ ਹੀ ਆਪਾਂ ਕਰਦੇ ਹਾਂ ਲਾਈਨ ਵਾਈਜ਼, ਪੁਆਇੰਟ ਵਾਈਜ਼, ਕਿ ਉਹ ਕੀ ਕਹਿੰਦੇ ਨੇ ਇਹਦੇ ਬਾਰੇ। ਕਹਿੰਦੇ ਕਿ ਜਿਹੜੀ ਤੁਸੀਂ ਐਸੈਂਸ਼ੀਅਲ ਕਮੋਡਿਟੀਜ਼ ਦੀ ਗੱਲ ਕਰ ਰਹੇ ਹੋ ਕਿ ਤੁਸੀਂ ਇਹਨੂੰ ਜਿੰਨਾ ਮਰਜ਼ੀ ਤੁਸੀਂ ਭਰ ਕੇ ਰੱਖ ਸਕਦੇ ਹੋ, ਪਰ ਕਹਿੰਦੇ ਕਿ ਮੰਨ ਲਓ ਜਦੋਂ ਹੁਣ ਵਾਢੀ ਹੋਈ, ਮੰਡੀਆਂ 'ਚ ਬਹੁਤ ਜ਼ਿਆਦਾ ਆਪਾਂ ਕਹਿੰਦੇ ਨੇ ਫਸਲ ਆ ਜਾਂਦੀ ਹੈ, ਉਸ ਟਾਈਮ ਰੇਟ ਘਟਿਆ ਹੁੰਦਾ। ਕਹਿੰਦੇ ਉਦੋਂ ਮੰਨ ਲਓ ਕੰਪਨੀਜ਼ ਨੇ ਸਾਡੇ ਤੋਂ ਸਾਰੀ ਫਸਲ ਖਰੀਦ ਲਈ ਹੈ, ਤੇ ਹੁਣ ਅਸੀਂ ਤਾਂ ਉਸ ਪ੍ਰਾਈਸ ਤੇ ਉਹਨਾਂ ਨੂੰ ਦੇ ਵੇਚਤੀ, ਪਰ ਉਸ ਤੋਂ ਬਾਅਦ ਕੀ ਹੁੰਦਾ, ਥੋੜੀ ਦੇਰ ਬਾਅਦ ਕਹਿੰਦੇ ਜਦੋਂ ਇਹਨਾਂ ਦੀ ਥੋੜੀ ਫਸਲਾਂ ਦੀ ਅਮਾਊਂਟ ਘੱਟ ਹੋ ਜਾਂਦੀ ਹੈ, ਉਦੋਂ ਮਾਰਕੀਟ ਪ੍ਰਾਈਸ ਵੱਧਦਾ ਹੁੰਦਾ। ਕਹਿੰਦੇ ਜੇ ਪ੍ਰਾਈਵੇਟ ਕੰਪਨੀਜ਼ ਨੇ ਪਹਿਲਾਂ ਹੀ ਸਸਤੇ ਭਾਅ ਤੇ ਫਸਲਾਂ ਖਰੀਦ ਲਈਆਂ, ਤੇ ਫਿਰ ਜਦੋਂ ਅਸੀਂ ਵੱਧ ਭਾਅ ਤੇ ਵੇਚਣੀਆਂ ਸੀ, ਸਾਡੀ ਕੌਣ ਲਏਗਾ। ਮੰਨ ਲਓ ਅਸੀਂ ਕਿ ਪਹਿਲਾਂ ਨਾ ਵੇਚੀਏ ਸੋਚ ਕੇ ਕਿ ਚਲ ਕੋਈ ਨਾ ਥੋੜੀ ਦੇਰ ਨੂੰ ਤਾਂ ਪ੍ਰਾਈਸ ਵਧੂਗਾ, ਪਰ ਉਹ ਕੰਪਨੀਆਂ ਥੋੜਾ ਫਿਰ ਬਾਅਦ ਚੋਂ ਮਹਿੰਗੇ ਭਾਅ ਚੀਜ਼ ਲੈਣਗੇ, ਤਾਂ ਕਿਤੇ ਨਾ ਕਿਤੇ ਹੋਏਗਾ ਕਿ ਫਸਲਾਂ ਖਰਾਬ ਹੋਣ ਦਾ ਡਰ ਹੈ, ਕਿ ਇਹ ਵੀ ਹੈ ਕਿ ਉਹਨਾਂ ਨੂੰ ਉਹ ਵਾਲਾ ਮਾਰਕੀਟ ਪ੍ਰਾਈਸ ਤੇ ਨਾ ਮਿਲੇ ਜਿਹੜਾ ਕਿ ਉਹਨਾਂ ਦਾ ਬਣਦਾ ਹੈ, ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਕਿ ਉਹਨਾਂ ਨੂੰ ਉਹ ਨਾ ਮਿਲੇ। ਤੇ ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਐਕਟ ਆਇਆ ਸੀ ਮੇਨਲੀ ਬਲੈਕ ਮਾਰਕੀਟਿੰਗ ਨੂੰ ਰੋਕਣ ਲਈ, ਕਿ ਬਲੈਕ ਮਾਰਕੀਟਿੰਗ ਨਾ ਹੋਵੇ। ਪਰ ਜੇ ਹੁਣ ਇਹ ਚੀਜ਼ ਨੂੰ ਹਟਾ ਦਿੱਤਾ ਗਿਆ ਕਿ ਤੁਸੀਂ ਜਿੰਨਾ ਮਰਜ਼ੀ ਆਪਣਾ ਜਮ੍ਹਾਂ ਕਰ ਸਕਦੇ। ਹੁਣ ਆਪਾਂ ਪਿਛਲੇ ਸਾਲ ਹੀ ਦੇਖਿਆ ਹੈ 2019 'ਚ ਅਗਸਤ ਤੇ ਦਸੰਬਰ 4 ਮਹੀਨਿਆਂ ਵਿੱਚ ਹੀ ਜਿਹੜੇ ਪਿਆਜ਼ ਦੇ ਭਾਅ ਸੀਗੇ ਉਹ 300% ਵਧੇ ਸੀ। ਹੁਣ ਆਪਾਂ ਨੂੰ ਨਹੀਂ ਪਤਾ ਬਲੈਕ ਮਾਰਕੀਟਿੰਗ ਸੀ ਉਹ ਕੀ ਸੀਗਾ, ਕਿ ਪਹਿਲਾਂ ਕਹਿੰਦੇ ਵੀ ਪਿਆਜ਼ ਆਣੇ ਬੰਦ, ਹੌਲੀ ਹੌਲੀ ਮਾਰਕੀਟ ਥੋੜਾ ਕੱਢ ਕੇ ਕੱਢੇ ਗਏ ਪਿਆਜ਼, ਉਹ ਵੀ ਬਹੁਤ ਜ਼ਿਆਦਾ ਮਹਿੰਗੇ।
ਉਹ ਪਰ ਕਿਤੇ ਨਾ ਕਿਤੇ ਆਪਾਂ ਨੂੰ ਇੱਕ ਤਸਵੀਰ ਪੇਸ਼ ਕਰ ਰਹੇ ਨੇ ਕਿ ਜੇ ਸਟਾਕ ਇੰਨਾ ਜ਼ਿਆਦਾ ਇਹਨਾਂ ਨੇ ਵਧਾਤਾ ਤੇ ਇਹ ਵੀ ਹੋ ਸਕਦਾ ਹੈ ਕਿ ਜੋ ਉਦੋਂ ਹੋਇਆ ਸੀਗਾ ਉਹਨਾਂ 4 ਮਹੀਨਿਆਂ 'ਚ ਉਹੀ ਹੁਣ ਬਾਕੀ ਫਸਲਾਂ ਨਾਲ ਵੀ ਹੋਵੇ ਤੇ ਕਿਤੇ ਨਾ ਕਿਤੇ ਮਾਰ ਪਊਗੀ ਕਿਸਾਨਾਂ ਨੂੰ ਤੇ ਖਰੀਦਦਾਰਾਂ ਨੂੰ। ਫਾਇਦਾ ਇਹਦੇ ਵਿੱਚ ਪ੍ਰਾਈਵੇਟ ਕੰਪਨੀਜ਼ ਨੂੰ ਹੋਏਗਾ ਕਿਉਂਕਿ ਉਹਨਾਂ ਨੇ ਸਸਤੇ ਭਾਅ ਲਿੱਤੀ ਤੇ ਹੁਣ ਮਹਿੰਗੇ ਭਾਅ ਵੇਚ ਰਹੇ ਨੇ। ਤੇ ਉਸ ਤੋਂ ਬਾਅਦ ਇੱਕ ਇਹਦੇ ਵਿੱਚ ਪੁਆਇੰਟ ਇਹ ਆਉਂਦਾ ਹੈ ਕਿ ਆਪਾਂ ਕਹਿੰਦੇ ਆ ਕਿ ਉਹਨਾਂ ਨੇ ਖਰੀਦ ਲਈ, ਉਹਨਾਂ ਨੇ ਆਪਦੇ ਕੋਲ ਰੱਖ ਲਈ। ਕਿਸਾਨਾਂ ਦਾ ਇਹ ਹੈ ਕਿ ਹੁਣ ਕਿਸਾਨ ਕਦੋਂ ਵੇਚਣ, ਫਿਰ ਜਦੋਂ ਉਹਨਾਂ ਨੂੰ ਸਟਾਰਟਿੰਗ 'ਚ ਜਦੋਂ ਹੁਣ ਪ੍ਰਾਈਵੇਟ ਕੰਪਨੀਜ਼ ਲੈ ਰਹੀਆਂ ਉਹਨਾਂ ਤੋਂ ਫਸਲਾਂ ਕਿ ਉਦੋਂ ਹੀ ਵੇਚ ਦੇਣ ਕਿ ਥੋੜ੍ਹਾ ਦੇਰ ਵੇਟ ਕਰਨ। ਜੇ ਵੇਟ ਕਰਨ ਤਾਂ ਕੀ ਪਤਾ ਉਸ ਤੋਂ ਬਾਅਦ ਉਹ ਲੈਣ ਕਿ ਨਾ ਲੈਣ। ਤੇ ਉਸ ਤੋਂ ਬਾਅਦ ਇਹਦਾ ਜਿਹੜਾ ਸੈਕਿੰਡ ਪੁਆਇੰਟ ਹੈ ਕਿ ਰੁਕਾਵਟ ਰਹਿਤ ਇੰਟਰਸਟੇਟ ਤੇ ਇੰਟਰਾਸਟੇਟ ਵਪਾਰ ਨੂੰ, ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਦੋਂ ਕਿਸਾਨ ਤੇ ਪ੍ਰਾਈਵੇਟ ਕੰਪਨੀਜ਼ ਆਪਸ ਵਿੱਚ ਬੈਠ ਕੇ ਗੱਲਬਾਤ ਕਰਨਗੇ ਤੇ ਉਹਨਾਂ ਨੂੰ ਡਾਇਰੈਕਟ ਪੇਮੈਂਟ ਮਿਲ ਜੂਗੀ। ਕਿਸਾਨ ਆਪਣੀ ਟਰਾਲੀ ਲੈ ਕੇ ਉੱਥੇ ਪਹੁੰਚ ਕੇ ਸਿੱਧਾ ਉਹਨਾਂ ਨੇ ਦੇਖਿਆ, ਉਹਨਾਂ ਨੇ ਵੇਟ ਕੀਤਾ, ਉਹਨਾਂ ਨੇ ਕੁਆਲਿਟੀ ਦੇਖੀ ਤਾਂ ਉਹਨਾਂ ਨੇ ਪੈਸੇ ਫੜਾਤੇ। ਬਟ ਜਿਹੜਾ ਰੇਟ ਹੈ ਉਹ ਕਿਸਾਨ ਤੇ ਉਹ ਪ੍ਰਾਈਵੇਟ ਕੰਪਨੀ ਡਿਸਾਈਡ ਕਰੂਗੀ। ਤੇ ਹੁਣ ਤੁਸੀਂ ਦੇਖੋ ਕਿਸਾਨ ਆਪਾਂ ਮੰਨ ਸਕਦੇ ਵੀ ਪੜ੍ਹਿਆ ਲਿਖਿਆ ਵੀ ਹੈ ਤੇ ਕਈ ਕਿਸਾਨ ਐਸੇ ਵੀ ਹੈ ਜਿਹੜੇ ਪੜ੍ਹੇ ਲਿਖੇ ਨਹੀਂ ਹੈ। ਉਹ ਚਲੋ ਬਾਹਰੀ ਦੇਖ ਕੇ ਤਾਂ ਦੱਸ ਸਕਦੇ ਸਾਡਾ ਅਨਾਜ ਵਧੀਆ, ਕਿ ਉਹਦਾ ਰੰਗ ਦੇਖ ਕੇ, ਉਹਦਾ ਦਾਣਾ ਦੇਖ ਕੇ ਕਿੰਨਾ ਵੱਡਾ ਹੈ ਕਿੰਨਾ ਛੋਟਾ ਹੈ। ਪਰ ਜਿਹੜੀ ਅੰਦਰਲੀਆਂ ਚੀਜ਼ਾਂ ਮੰਨ ਲਓ ਉਹਦੇ 'ਚ ਮੋਇਸਚਰ ਕਿੰਨਾ, ਮਤਲਬ ਉਹਦੇ 'ਚ ਪਾਣੀ ਦੀ ਮਾਤਰਾ ਕਿੰਨੀ, ਉਹਦੇ 'ਚ ਫਾਈਬਰ ਕਿੰਨਾ ਹੈ, ਇਹ ਚੀਜ਼ਾਂ ਤਾਂ ਆਪਾਂ ਨੂੰ ਮਸ਼ੀਨਾਂ ਤੋਂ ਹੀ ਪਤਾ ਚੱਲਦੀ ਹੈ। ਤੇ ਉਹ ਹੱਥ ਕਿਹਦੇ ਹੋਣਗੇ? ਪ੍ਰਾਈਵੇਟ ਕੰਪਨੀਜ਼ ਦੇ। ਤੇ ਪ੍ਰਾਈਵੇਟ ਕੰਪਨੀ ਕੀ ਦੱਸਦੀ ਹੈ ਤੁਹਾਡੀ ਕੁਆਲਿਟੀ ਬਾਰੇ, ਉਹਦੇ ਬਾਰੇ ਤੁਸੀਂ ਸ਼ੋਰ ਹੋ ਕੇ ਨਹੀਂ ਕਹਿ ਸਕਦੇ ਵੀ ਉਹ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ। ਵਧੀਆ ਕੁਆਲਿਟੀ ਵੀ ਦੀ ਫਸਲ ਵੀ ਉਹ ਸਸਤੇ ਭਾਅ ਤੇ ਖਰੀਦ ਸਕਦੇ ਇਹ ਕਹਿ ਕੇ ਵੀ ਇਹਦੀ ਕੁਆਲਿਟੀ ਘੱਟ ਹੈ। ਹੁਣ ਕਿਸਾਨਾਂ 'ਚ ਇਹ ਹੈ ਕਿ ਹੁਣ ਸਾਨੂੰ ਕਿਵੇਂ ਪਤਾ ਚੱਲੂਗਾ ਜਦੋਂ ਹੁਣ ਜਿਵੇਂ ਹੁਣ ਆਪਣਾ ਇੱਕ ਮਿਨੀਮਮ ਸਪੋਰਟ ਪ੍ਰਾਈਸ ਚੱਲਦਾ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਤੇ ਉਸ ਤੋਂ ਬਾਅਦ ਕੀ ਹੋਏਗਾ, ਸ਼ਾਇਦ ਉਹ ਮਿਨੀਮਮ ਸਪੋਰਟ ਪ੍ਰਾਈਸ ਵੀ ਨਾ ਰਵੇ ਕਿ ਜਿੰਨਾ ਇਹ ਕਹਿੰਦੇ ਹੁੰਦੇ ਆ ਨਾ ਕਿ ਜਿੰਨਾ ਇੱਕ ਘੱਟ ਤੋਂ ਘੱਟ ਜਿਹੜੀ ਰਕਮ ਮਿਲਦੀ ਹੈ ਫਸਲ ਨੂੰ ਸ਼ਾਇਦ ਉਹ ਵੀ ਨਾ ਮਿਲੇ। ਤੇ ਇਹ ਸਭ ਤੋਂ ਵੱਡਾ ਉਹਨਾਂ ਦੇ ਵਿੱਚ ਇੱਕ ਖਤਰਾ ਆਇਆ ਹੋਇਆ ਕਿ ਸਾਡੀ ਫਸਲਾਂ ਨੂੰ ਉਹਨਾਂ ਤਾਂ ਬਣਦਾ ਰਕਮ ਵੀ ਨਾ ਮਿਲੇ। ਉਸ ਤੋਂ ਬਾਅਦ ਇਹਦੇ ਵਿੱਚ ਕੀ ਕਹਿੰਦੇ ਕਿ ਮਤਲਬ ਉਹੀ ਹੈ ਕਿ ਹੁਣ ਰੇਟ ਘੱਟ ਵੱਧ ਹੋ ਗਿਆ। ਦੂਜਾ ਉਹਨਾਂ ਨੇ ਕੀ ਕਰਤਾ ਕਿ ਕਹਿੰਦੇ ਜਿਵੇਂ ਇਹਦੇ ਸੰਬੰਧੀ ਜਿਹੜਾ ਲੜਾਈ ਝਗੜਾ ਹੈ ਉਹ ਸਿੱਧਾ ਕੋਰਟ 'ਚ ਲੈ ਕੇ ਜਾਣ ਦੀ ਬਜਾਏ ਡਿਸਟ੍ਰਿਕਟਸ ਦੇ ਜਿਹੜੇ SDM ਵਗੈਰਾ ਉਹਨਾਂ ਨੂੰ ਕੰਟਰੋਲ ਦੇਤਾ ਇਸ ਚੀਜ਼ ਦਾ। ਤੇ ਹੁਣ ਜਿਹੜੇ ਛੋਟੇ ਕਿਸਾਨ ਹੈ ਉਹ ਹੁਣ ਕਈ ਹੁੰਦੇ ਆਪਦੇ ਆਪ ਨੂੰ ਇੰਨਾ ਪ੍ਰੋਗਰੈਸਿਵ ਨਹੀਂ ਸਮਝਦੇ ਕਿ ਉਹ ਅਫਸਰਾਂ ਨਾਲ ਜਾ ਕੇ ਗੱਲਬਾਤ ਕਰ ਸਕਣ। ਕੋਰਟ ਦਾ ਕੰਮ ਹੋਰ ਹੈ, ਅਫਸਰਾਂ ਨਾਲ ਗੱਲਬਾਤ ਕਰਨਾ ਹੋਰ ਹੈ। ਤੇ ਉਹ ਕਿਤੇ ਨਾ ਕਿਤੇ ਇਹ ਚੀਜ਼ ਵੀ ਮਹਿਸੂਸ ਕਰ ਰਹੇ ਨੇ ਕਿ ਸਾਡੀ ਆਵਾਜ਼ ਸੁਣੇਗਾ ਕੌਣ, ਜਿਹੜੀਆਂ ਸਾਡੀਆਂ ਮੁਸ਼ਕਿਲਾਂ ਆ ਰਹੀਆਂ ਹੈ ਜਾਂ ਜੋ ਹੋਰ ਚੀਜ਼ ਆ ਰਹੀ ਹੈ ਉਹ ਕੌਣ ਸੁਣੇਗਾ। ਤੇ ਇਹ ਚੀਜ਼ ਮਹਿਸੂਸ ਕੀਤੀ ਜਾ ਰਹੀ ਕਿਸਾਨਾਂ ਵੱਲੋਂ। ਤੇ ਉਸ ਤੋਂ ਬਾਅਦ ਜਿਹੜਾ ਤੀਸਰਾ ਪੁਆਇੰਟ ਆਉਂਦਾ ਪ੍ਰਾਈਵੇਟ ਕੰਪਨੀਜ਼ ਵਾਲਾ, ਇਹਦਾ ਸਭ ਤੋਂ ਵੱਧ ਵਿਰੋਧ ਹੋ ਰਿਹਾ ਇਸ ਪੁਆਇੰਟ ਦਾ। ਤੇ ਇਹਦੇ ਵਿੱਚ ਕੀ ਕਿਹਾ ਗਿਆ, ਇਹਦੇ ਵਿੱਚ ਕਿਤੇ ਨਾ ਕਿਤੇ ਮੰਡੀਕਰਨ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਹੈ। ਸਾਫ਼ ਸ਼ਬਦਾਂ 'ਚ ਨਹੀਂ, ਪਰ ਤੁਸੀਂ ਦੇਖੋ ਇੱਕ ਪਾਸੇ ਤੁਹਾਨੂੰ ਬਹੁਤ ਸਜੀ ਹੋਈ ਚੀਜ਼, ਬਹੁਤ ਸੋਹਣੀ ਚੀਜ਼ ਦਿਖ ਰਹੀ ਹੈ ਤੇ ਤੁਹਾਨੂੰ ਉਹ ਮਤਲਬ ਤੁਹਾਨੂੰ ਫਾਇਦਾ ਦਿਖ ਰਿਹਾ ਉਸ ਚੀਜ਼ ਵਿੱਚ। ਤੇ ਤੁਸੀਂ ਇਹ ਹਿਊਮਨ ਨੇਚਰ ਹੈ ਵੀ ਬੰਦਾ ਉਸ ਪਾਸੇ ਜਾਊਗਾ। ਕਿਉਂ ਕੋਈ ਮੰਡੀਆਂ ਵਿੱਚ ਬਹਿ ਕੇ ਆਪਣਾ ਇੰਨਾ ਟਾਈਮ ਖਰਾਬ ਕਰੂਗਾ, ਕੌਣ ਸਿਹਤ ਖਰਾਬ ਕਰੂਗਾ। ਤਾਂ ਉਹਨੂੰ ਚੰਗਾ ਹੋਏਗਾ ਵੀ ਪ੍ਰਾਈਵੇਟ ਕੰਪਨੀ ਕੋਲ ਜਾਣ, ਟਰਾਲੀ ਲਾਣ ਤੇ ਆਪਣਾ ਰਕਮ ਲੈ ਆਣ। ਪਰ ਇਹਦੇ ਨਾਲ ਕੀ ਹੈ ਕਿ ਜੇ ਮੰਡੀਕਰਨ ਬੰਦ ਹੋ ਗਿਆ ਨਾ, ਇਹਦਾ ਸਭ ਤੋਂ ਪਹਿਲਾਂ ਅਸਰ ਹੋਏਗਾ ਆੜ੍ਹਤੀਆਂ ਤੇ, ਬੇਰੁਜ਼ਗਾਰੀ ਹੋਏਗੀ। ਕਿੰਨੇ ਹਜ਼ਾਰ ਆੜ੍ਹਤੀਏ ਨੇ, ਉਹਨਾਂ ਦੇ ਅੰਦਰ ਉਹਨਾਂ ਦੇ ਕਿੰਨੇ ਮੁਨੀਮ ਰੱਖੇ ਹੁੰਦੇ ਆ, ਅੱਗੇ ਲੇਬਰ ਵਾਲੇ ਰੱਖੇ ਹੁੰਦੇ ਹੈ ਤੇ ਉਹਨਾਂ ਸਾਰੇ ਦਾ ਰੋਜ਼ਗਾਰ ਚਲਾ ਜਾਊਗਾ। ਉਸ ਤੋਂ ਬਾਅਦ ਕੀ ਹੈ ਕਿ ਜਿਵੇਂ ਆਪਾਂ ਚਾਹੇ ਕਹਿ ਦਿੰਦੇ ਆ ਵੀ ਕਿਸਾਨਾਂ ਦੀ ਜਿਹੜੀ ਫਸਲ ਹੈ ਉਹਦੇ 'ਚ ਕੁਝ ਕਮਿਸ਼ਨ ਆੜ੍ਹਤੀਆਂ ਨੂੰ ਮਿਲਦਾ ਹੈ, ਕਿਉਂਕਿ ਚਾਹੇ ਸਰਕਾਰ ਖਰੀਦਦੀ ਹੈ ਕਿਸਾਨਾਂ ਤੋਂ ਫਸਲ, ਪਰ ਉਹ ਜਿਹੜਾ ਅਮਾਊਂਟ ਪਾਉਂਦੀ ਹੈ ਕਿਸਾਨਾਂ ਲਈ ਉਹ ਪਹਿਲਾਂ ਆੜ੍ਹਤੀਏ ਦੇ ਅਕਾਊਂਟ 'ਚ ਜਾਂਦੀ ਹੈ ਤੇ ਆੜ੍ਹਤੀਏ ਆਪਣੇ ਅਕਾਊਂਟ 'ਚੋਂ ਫਿਰ ਕੁਝ ਕਮਿਸ਼ਨ ਕੱਟ ਕੇ ਉਹ ਕਿਸਾਨ ਦੇ ਅਕਾਊਂਟ 'ਚ ਪਾਉਂਦਾ ਹੈ। ਤੇ ਆਪਣੀ ਸਰਕਾਰ ਕਹਿੰਦੀ ਹੈ ਵੀ ਇਹ ਵਾਲਾ ਸਾਰਾ ਪ੍ਰੋਸੀਜਰ ਤੁਸੀਂ ਖਤਮ ਕਰੋ, ਸਿੱਧਾ ਕਿਸਾਨ ਤੇ ਸਿਰਫ ਪ੍ਰਾਈਵੇਟ ਕੰਪਨੀ ਛੱਡੋ। ਪਰ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਆਪਣਾ ਕਹਿੰਦੇ ਕਿ ਆਪਾਂ ਕਮਿਸ਼ਨ ਆ ਗਿਆ ਜਾਂ ਮੰਡੀ ਦਾ ਜਿਹੜਾ ਰੈਵਨਿਊ ਹੈ ਉਹ ਹਮੇਸ਼ਾ ਦੋ ਹਿੱਸਿਆਂ 'ਚ ਡਿਵਾਈਡ ਹੁੰਦਾ ਸੀਗਾ, ਇੱਕ ਰੂਰਲ ਡਿਵੈਲਪਮੈਂਟ ਫੰਡ ਤੇ ਇੱਕ ਮੰਡੀ ਫੰਡ। ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਪਿੰਡਾਂ ਦੇ ਵਿਕਾਸ ਲਈ ਵਰਤਿਆ ਜਾਂਦਾ ਸੀ, ਜਿਵੇਂ ਸੜਕਾਂ ਬਣਾਤੀਆਂ ਜਾਂ ਹੋਰ ਉੱਥੇ ਵਿਕਾਸ ਕਰਤਾ। ਤੇ ਜੇ ਮੰਡੀਕਰਨ ਨਾ ਰਿਹਾ ਤੇ ਇਹ ਸਾਰਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਜਾਂ ਦੂਜਾ ਫੰਡ ਇਹ ਵੀ ਬੰਦ ਹੋ ਜਾਏਗਾ। ਚਾਹੇ ਆਪਣੀ ਹੁਣ ਜਿਵੇਂ ਆਪਾਂ ਦੇਖਦੇ ਇੰਡੀਆ ਵਿੱਚ ਸਿਰਫ 1 ਜਾਂ 2 ਸਟੇਟਸ ਹੀ ਰਹਿ ਗਈਆਂ ਨੇ ਜਿੱਥੇ ਮੰਡੀਕਰਨ ਹੈ, ਇੱਕ ਪੰਜਾਬ ਹੈ, ਹਰਿਆਣਾ ਤੇ 1-2 ਸਟੇਟਸ ਹੋਰ ਨੇ। ਤੇ ਮੰਡੀਕਰਨ 'ਚ ਕੀ ਹੁੰਦਾ ਕਿ ਸਟੇਟ ਨੂੰ ਸੈਂਟਰ ਨੂੰ ਕੁਝ ਟੈਕਸ ਦੇਣਾ ਪੈਂਦਾ ਹੈ। ਜਿਵੇਂ ਆਪਣਾ ਪੰਜਾਬ 8.5% ਟੈਕਸ ਸੈਂਟਰ ਨੂੰ ਦਿੰਦਾ ਹੈ ਤੇ ਸੈਂਟਰ ਹੁਣ ਇਹ ਮੰਡੀਕਰਨ ਬੰਦ ਕਰਨ ਦੇ ਕੁਝ ਰੀਜ਼ਨਸ ਇਹਦੇ ਏਰੀਆ ਵੀ ਵਧੀਆ ਹੈ ਕਿ ਸਟੇਟ ਨੂੰ ਤਾਂ ਫਿਰ ਟੈਕਸ ਨਹੀਂ ਦੇਣਾ ਪਊਗਾ, ਸਟੇਟ ਦੇ ਤਾਂ ਪੈਸੇ ਬਚ ਗਏ। ਪਰ ਸਟੇਟ ਨੂੰ ਉਹਦੇ ਤੋਂ ਆਮਦਨ ਵੀ ਤਾਂ ਹੋ ਰਹੀ ਹੈ ਨਾ, ਉਹਦੀ ਆਮਦਨ ਵੀ ਤਾਂ ਬੰਦ ਹੋਏਗੀ ਜੇ ਮੰਡੀਕਰਨ ਨਾ ਹੋਇਆ। ਤੇ ਇੱਕ ਕਾਰਨ
इस प्राइवेटाइजेशन अपोज करन दा ਇਹ ਵੀ ਹੈ ਕਿ ਜਿੱਥੇ ਬੇਰੁਜ਼ਗਾਰੀ ਹੋਏਗੀ, ਜਿੱਥੇ ਕਿਸਾਨਾਂ ਨੂੰ ਇਹ ਨਹੀਂ ਪਤਾ ਚੱਲੇਗਾ ਕਿ ਉਹਨਾਂ ਦੀ ਫਸਲ ਕਿਸ ਭਾਅ ਜਾ ਰਹੀ ਹੈ, ਕਿਸ ਭਾਅ ਉਹਨਾਂ ਨੂੰ ਵੇਚਣੀ ਚਾਹੀਦੀ ਹੈ, ਤੇ ਉੱਥੇ ਉਹ ਨਾ ਇਨਸਾਫੀ ਹੋ ਜਾਏਗੀ ਉਹਨਾਂ ਦੀ ਮਿਹਨਤ ਨਾਲ। ਤੇ ਹੁਣ ਤੁਸੀਂ ਇਹ ਦੇਖੋ ਕਿ ਇੱਕ ਨਾ 2014 ਵਿੱਚ ਇੱਕ ਸ਼ਾਂਤਾ ਕੁਮਾਰ ਕਮੇਟੀ ਬਿਠਾਈ ਗਈ ਸੀ। ਹੁਣ ਜਿਵੇਂ ਆਪਣੇ ਇੰਡੀਆ ਵਿੱਚ ਨਾ ਇੱਕ ਕਮੇਟੀ ਹੈ ਜਿਹੜੀ ਕਿ ਆਪਣੇ ਆ ਮਿਨੀਮਮ ਸਪੋਰਟ ਪ੍ਰਾਈਸ, ਮਤਲਬ ਮਿਨੀਮਮ ਕਿੰਨੀ ਰਕਮ ਮਿਲਣੀ ਚਾਹੀਦੀ ਹੈ ਆਹ ਫਸਲਾਂ ਨੂੰ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਜਿਹਨੂੰ ਕਹਿ ਦਿੰਦੇ ਹਾਂ ਆਪਾਂ, ਉਹ ਡਿਸਾਈਡ ਕਰਦੀ ਹੈ ਵੀ ਪਰ ਕੁਇੰਟਲ ਕਿੰਨਾ ਆਪਾਂ ਰਕਮ ਰੱਖਣੀ ਹੈ। ਉਹਨਾਂ ਨੇ ਇੱਕ ਕਮੇਟੀ ਬਿਠਾਈ ਸੀ 2014 'ਚ ਕਿ ਤਾਂ ਕਿ ਕਿਸਾਨਾਂ ਨੂੰ ਉਹਨਾਂ ਦੀ ਇਨਕਮ ਡਬਲ ਕੀਤੀ ਜਾਵੇ। ਤੇ ਇਸ ਕਮੇਟੀ ਨੇ ਇੱਕ ਰਿਸਰਚ ਕੀਤੀ ਤੇ ਕਹਿੰਦੀ ਤੁਸੀਂ ਐਵੇਂ ਕਰੋ, ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਹਟਾਓ, ਕਿਉਂਕਿ ਮਿਨੀਮਮ ਸਪੋਰਟ ਪ੍ਰਾਈਸ ਹੋਏਗਾ ਤਾਂ ਕੀ ਹੈ ਨਾ, ਕਿਸਾਨ ਸਿਰਫ ਝੋਨਾ ਤੇ ਕਣਕ ਹੀ ਉਗਾ ਰਹੇ ਨੇ, ਤੇ ਜਦੋਂ ਤੱਕ ਇਹ ਬਾਕੀ ਫਸਲਾਂ ਨੇ ਉਗਾਣਗੇ ਨਾ ਤੇ ਇਹਨਾਂ ਦੀ ਆਮਦਨ ਕਿੱਥੋਂ ਹੋਏਗੀ ਇੰਨੀ। ਪਰ ਤੁਸੀਂ ਖੁਦ ਦੇਖੋ ਜਦੋਂ ਗ੍ਰੀਨ ਰੈਵੋਲੂਸ਼ਨ ਆਈ ਸੀ, ਮਤਲਬ ਹਰੀ ਕ੍ਰਾਂਤੀ ਆਈ ਸੀ, ਉਦੋਂ ਸਰਕਾਰਾਂ ਵੱਲੋਂ ਕਿਹਾ ਗਿਆ ਸੀ ਵੀ ਝੋਨਾ ਤੇ ਕਣਕ ਉਗਾਓ ਜਿੰਨੀ ਉਗਾ ਸਕਦੇ ਹੋ। ਜੇ ਇਹਨਾਂ ਨੇ ਉਗਾਣੀ ਸ਼ੁਰੂ ਕੀਤੀ, ਜਿਵੇਂ ਹੁਣ ਆਪਾਂ ਦੇਖਦੇ ਕਿ 75 ਲੱਖ ਏਕੜ ਜ਼ਮੀਨ ਤੇ ਝੋਨਾ ਹੈ ਤੇ 85 ਲੱਖ ਏਕੜ ਜ਼ਮੀਨ ਤੇ ਅੱਜ ਕਣਕ ਹੈ, ਤੇ ਹੁਣ ਜੇ ਉਹਨਾਂ ਨੇ ਉਹ ਉਗਾਣੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਕੁਦਰਤ ਨਾਲ ਖਿਲਵਾੜ ਹੋ ਰਿਹਾ ਹੈ, ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ, ਬਾਕੀ ਕੋਈ ਫਸਲਾਂ ਹੋ ਨਹੀਂ ਰਹੀਆਂ, ਕਿ ਹੁਣ ਕਿਸਾਨਾਂ ਨੂੰ ਚਾਹੀਦਾ ਕਿ ਬਾਕੀ ਫਸਲਾਂ ਵੀ ਉਗਾਣ। ਪਰ ਇੱਕ ਗੱਲ ਸੋਚਣ ਵਾਲੀ ਹੈ ਕਿ ਜੇ ਕਿਸਾਨਾਂ ਨੂੰ ਬਾਕੀ ਫਸਲ ਉਗਾ ਕੇ ਫਾਇਦਾ ਹੋਵੇ ਤਾਂ ਕਿਉਂ ਨਾ ਉਗਾਣ ਉਹ। ਜੇ ਉਹਨਾਂ ਨੂੰ ਝੋਨੇ ਤੇ ਕਣਕ ਤੇ ਸਿਰਫ ਮਿਨੀਮਮ ਸਪੋਰਟ ਪ੍ਰਾਈਸ ਮਿਲ ਰਿਹਾ ਹੈ, ਜੇ ਤੁਸੀਂ ਉਹੀ ਮਿਨੀਮਮ ਸਪੋਰਟ ਪ੍ਰਾਈਸ ਬਾਕੀ ਫਸਲਾਂ ਤੇ ਵੀ ਦਿਓ, ਪਿਆਜ਼ ਤੇ, ਆਲੂ ਤੇ ਜਾਂ ਦਾਲਾਂ ਤੇ, ਤਾਂ ਕਿਉਂ ਨਾ ਉਗਾਣ ਉਹ ਫਸਲਾਂ। ਕਿ ਕਿਤੇ ਨਾ ਕਿਤੇ ਤਾਂ ਦੋਸ਼ ਦੂਜਿਆਂ ਦਾ ਵੀ ਹੈ ਨਾ, ਕਿ ਆਪਾਂ ਸਿਰਫ ਕਿਸਾਨਾਂ ਦਾ ਦੋਸ਼ ਨਹੀਂ ਕਹਿ ਸਕਦੇ ਵੀ ਉਹ ਕ੍ਰੌਪ ਡਾਈਵਰਸਿਫਿਕੇਸ਼ਨ ਕਿਉਂ ਨਹੀਂ ਕਰ ਰਹੀ, ਕਿਉਂਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲ ਰਿਹਾ ਕ੍ਰੌਪ ਡਾਈਵਰਸਿਫਿਕੇਸ਼ਨ ਕਰਕੇ। ਤੇ ਉਹਨਾਂ ਕੋਲ ਕੀ ਤਰੀਕਾ ਬਚਦਾ ਹੈ, ਹੁਣ ਹਰ ਇੱਕ ਨੇ ਆਪਣਾ ਪਰਿਵਾਰ ਪਾਲਣਾ ਹੈ, ਫਿਰ ਉਹਨਾਂ ਨੂੰ ਜਿਹੜਾ ਸੌਖਾ ਤਰੀਕਾ ਲੱਗਦਾ ਉਹ ਲੱਗਦਾ ਝੋਨਾ ਤੇ ਕਣਕ ਬੀਜਣਾ। ਤੇ ਹੁਣ ਜਿਵੇਂ ਆਪਣੀ ਸਰਕਾਰ ਕਹਿ ਰਹੀ ਹੈ ਕਿ ਜਦੋਂ ਹੁਣ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਤੋਂ ਸਿੱਧਾ ਫਸਲ ਖਰੀਦੇਗੀ, ਕਹਿੰਦੇ ਅਸੀਂ ਟੈਕਸ ਨਹੀਂ ਲਵਾਂਗੇ ਕੰਪਨੀਆਂ ਤੋਂ। ਜੇ ਉਹ ਟੈਕਸ ਨਹੀਂ ਲੈਣਗੇ ਕੰਪਨੀਆਂ ਤੋਂ, ਮਤਲਬ ਕੀ ਹੈ ਕਿ ਉਹ ਕਿਸਾਨਾਂ ਦੇ ਹਿੱਸੇ ਚਲੇ ਜਾਏਗੀ ਉਹ ਰਕਮ। ਕਿ ਮੰਨ ਲਓ ਆੜਤੀਆਂ ਨੇ 25 ਰੁਪਏ ਟੈਕਸ ਰੱਖ ਲਿਆ 100 ਰੁਪਏ ਚੋਂ, ਕਿਸਾਨਾਂ ਨੂੰ ਮਿਲਿਆ 75। ਹੁਣ ਪ੍ਰਾਈਵੇਟ ਕੰਪਨੀਆਂ ਨਾਲ ਕੀ ਹੋਏਗਾ, ਅਗਰ ਉਹ ਟੈਕਸ ਨਹੀਂ ਰੱਖੇਗੀ ਸਰਕਾਰ ਤੇ ਪੂਰਾ 100 ਦਾ 100 ਮਿਲੇਗਾ ਕਿਸਾਨ ਨੂੰ। ਕਹਿੰਦੇ ਇੱਕ ਵਾਰ ਤਾਂ ਕਿਸਾਨ ਬਹੁਤ ਖੁਸ਼ ਹੋ ਜਾਏਗਾ, ਕਿਤੇ ਆੜਤੀਆਂ ਤੋਂ ਉਹਨਾਂ ਨੂੰ 75 ਮਿਲ ਰਿਹਾ ਤੇ ਕਿਤੇ ਹੁਣ ਪ੍ਰਾਈਵੇਟ ਕੰਪਨੀਆਂ ਤੋਂ 100 ਮਿਲ ਰਿਹਾ, ਉਹ ਵੀ ਬਿਨਾਂ ਇੰਨੀ ਮਸ਼ੱਕਤ ਕੀਤੇ। ਤੇ ਉਹ ਕੀ ਕਹਿੰਦੇ, ਉਹ ਆਟੋਮੈਟਿਕਲੀ ਕਹਿੰਦੇ ਆਕਰਸ਼ਿਤ ਹੋਣਗੇ ਪ੍ਰਾਈਵੇਟ ਕੰਪਨੀਆਂ ਵੱਲ। ਤੇ ਕਹਿੰਦੇ ਪਰ ਕੁਝ ਸਾਲ ਬਾਅਦ ਸਰਕਾਰਾਂ ਨੇ ਉਹਦੇ ਤੇ ਟੈਕਸ ਲਾਣਾ ਹੀ ਲਾਣਾ ਹੈ, ਤੇ ਉਸ ਟਾਈਮ ਨਾ ਆੜਤ ਰਹੇਗੀ ਤੇ ਨਾ ਕਿਸਾਨਾਂ ਕੋਲ ਕੋਈ ਹੋਰ ਜ਼ਰੀਆ ਰਹੇਗਾ ਜਿੱਥੇ ਜਾ ਕੇ ਉਹ ਆਪਣੀ ਸੁਣਵਾਈ ਕਰਵਾ ਸਕਣ, ਜਿੱਥੇ ਜਾ ਕੇ ਦੱਸ ਸਕਣ ਕਿ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਤੋਂ ਵੀ ਘੱਟ ਰੇਟ ਮਿਲ ਰਹੇ ਨੇ। ਬਹੁਤ ਸਾਰੀਆਂ ਮੰਡੀਆਂ, ਜਿਵੇਂ ਮੰਡੀ ਨਹੀਂ ਕਹਿ ਸਕਦੇ, ਮਤਲਬ ਬਹੁਤ ਸਾਰੀ ਸਟੇਟਸ ਨੇ ਜਿੱਥੇ ਮੰਡੀਕਰਨ ਨਹੀਂ ਹੈ, ਤੇ ਐਕਚੁਅਲੀ ਉੱਥੇ ਪਰ ਕੁਇੰਟਲ 400 ਰੁਪਏ ਘੱਟ ਦਿੱਤੇ ਜਾ ਰਹੇ ਨੇ ਕਿਸਾਨਾਂ ਨੂੰ। ਹੁਣ ਜਿਵੇਂ ਮੈਂ ਇੱਕ ਇੰਟਰਵਿਊ ਸੁਣ ਰਹੀ ਸੀ, ਉਹਦੇ ਵਿੱਚ ਇੱਕ ਕਿਸਾਨ ਦੱਸ ਰਹੇ ਸੀ, ਕਹਿੰਦੇ ਕਿ ਹੁਣ ਪਿਛਲੇ ਸਾਲ ਜਿਹੜਾ ਮੱਕੀ ਦਾ ਰੇਟ 1400-1500 ਸੀ, ਉਹ ਐਤਕੀ ਸਿਰਫ 800 ਰਹਿ ਗਿਆ। ਕਿਉਂਕਿ ਕਹਿੰਦੇ ਕਿ ਹੁਣ ਆਹ ਓਪਨ ਮਾਰਕੀਟ ਹੋ ਗਈ। ਕਹਿੰਦੇ ਜੇ ਓਪਨ ਮਾਰਕੀਟ ਦਾ ਇੰਨਾ ਫਾਇਦਾ ਹੁੰਦਾ ਤੇ ਕੀ ਸਾਨੂੰ ਫਾਇਦਾ ਨਾ ਹੁੰਦਾ ਕਿ ਸਾਡੀ ਮੱਕੀ ਵੱਧ ਭਾਅ ਨਾ ਵਿਕਦੀ। ਕਹਿੰਦੇ ਸਾਡੇ ਗੰਨੇ ਰੁਲਦੇ ਰਹਿੰਦੇ ਮਿਲਸ ਵਿੱਚ, ਤੇ ਜਿਹੜੇ ਕਹਿੰਦੇ ਕਿ ਕਰਨ ਨਾਲ ਪ੍ਰਾਈਵੇਟਾਈਜੇਸ਼ਨ ਕਰਨ ਨਾਲ ਕਿਸਾਨਾਂ ਦਾ ਫਾਇਦਾ ਹੋਊਗਾ। ਤੇ ਜਿੰਨਾ ਕੁ ਪ੍ਰਾਈਵੇਟਾਈਜੇਸ਼ਨ ਹੁਣ ਹੈ ਕਿ ਜਿਵੇਂ ਹੁਣ ਗੰਨੇ, ਚੀਨੀ ਬਣ ਰਹੀ ਹੈ ਜਾਂ ਹੋਰ ਚੀਜ਼ਾਂ ਬਣ ਰਹੀਆਂ, ਜੇ ਇੰਨਾ ਫਾਇਦਾ ਹੁੰਦਾ ਤਾਂ ਕਿਸਾਨਾਂ ਨੂੰ ਤਾਂ ਇਸ ਪ੍ਰਾਈਵੇਟਾਈਜੇਸ਼ਨ ਦਾ ਵੀ ਤਾਂ ਫਾਇਦਾ ਹੋਣਾ ਸੀ, ਤੇ ਫਿਰ ਕਿਉਂ ਰੁਲਣੀਆਂ ਸੀ ਉਹਨਾਂ ਦੀ ਫਸਲਾਂ ਜਾਂ ਉਹਨਾਂ ਦਾ ਹੋਰ ਅਨਾਜ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਗੱਲ ਇਹ ਆਉਂਦੀ ਹੈ ਕਿ ਸਰਕਾਰਾਂ ਕਹਿ ਦਿੰਦੀਆਂ ਹੈ ਕਿ ਜਿਵੇਂ ਜਿਹੜੇ ਛੋਟੇ ਕਿਸਾਨ ਹੈ ਉਹ ਇੰਨੀ ਦੂਰ ਜਾ ਕੇ ਆਪਣੀ ਫਸਲ ਨਹੀਂ ਵੇਚ ਸਕਦੇ, ਤੇ ਉਹਨਾਂ ਨੂੰ ਆੜਤੀਆਂ ਕੋਲ ਥੋੜੀ ਰਕਮ ਤੇ ਆਪਣੀ ਫਸਲ ਵੇਚਣੀ ਪੈਂਦੀ ਹੈ। ਤਾਂ ਕਰਕੇ ਚੰਗਾ ਹੈ ਕਿ ਜੇ ਪ੍ਰਾਈਵੇਟ ਕੰਪਨੀਆਂ ਆ ਗਈ ਤਾਂ ਉਹਨਾਂ ਨੂੰ ਉਨਾ ਹੀ ਪ੍ਰਾਈਸ ਮਿਲ ਜਾਊਗਾ ਜਿੰਨਾ ਬਣਦਾ ਹੈ, ਪਰ ਇਹ ਜ਼ਰੂਰੀ ਨਹੀਂ ਹੈ। ਹੁਣ ਕਿਸਾਨਾਂ ਨੂੰ ਕੀ ਪਤਾ ਕਿ ਉਹਨਾਂ ਦੀ ਕੁਆਲਿਟੀ ਕੀ ਹੈ, ਉਹਨਾਂ ਦਾ ਰੇਟ ਕੀ ਹੈ, ਕਿਉਂਕਿ ਇੱਕ ਮਿਨੀਮਮ ਸਪੋਰਟ ਪ੍ਰਾਈਸ ਕਿਤੇ ਨਾ ਕਿਤੇ ਖਤਮ ਹੋਏਗਾ। ਇਹ ਸਾਫ਼ ਸ਼ਬਦਾਂ 'ਚ ਨਹੀਂ ਕਿਹਾ ਗਿਆ ਕਿ ਮਿਨੀਮਮ ਸਪੋਰਟ ਪ੍ਰਾਈਸ ਖਤਮ ਹੋਏਗਾ ਜਾਂ ਮੰਡੀਕਰਨ ਖਤਮ ਹੋਊਗਾ, ਪਰ ਇਹ ਚੀਜ਼ ਦਿਖਦੀ ਹੈ ਕਿ ਅਗਰ ਇਹ ਸਭ ਚੀਜ਼ਾਂ ਹੋਈਆਂ ਤਾਂ ਹੌਲੀ ਇਹ ਚੀਜ਼ਾਂ ਨੇ ਗਾਇਬ ਹੋ ਜਾਣਾ। ਹੁਣ ਜਿਵੇਂ ਜੀਓ ਦੀ ਐਗਜ਼ਾਮਪਲ ਲਿੱਤੀ ਸੀਗੀ, ਹੁਣ ਆਪਾਂ ਨੂੰ ਹਰ ਪਾਸੇ ਸਿਰਫ ਜੀਓ ਦਿਖਦਾ। ਉਹਨਾਂ ਨੇ ਆ ਕੇ ਇਹ ਨਹੀਂ ਕਿਹਾ ਸੀ ਵੀ ਤੁਸੀਂ ਬਾਕੀ ਕਨੈਕਸ਼ਨਸ ਬੰਦ ਕਰੋ, ਪਰ ਉਹ ਆਟੋਮੈਟਿਕਲੀ ਉਹ ਚੀਜ਼ ਘਟਦੀ ਗਈ। ਉਸੇ ਤਰ੍ਹਾਂ ਜੇ ਮੰਡੀਕਰਨ ਬੰਦ ਹੋਇਆ ਤਾਂ ਆਟੋਮੈਟਿਕਲੀ ਪ੍ਰਾਈਵੇਟ ਕੰਪਨੀਆਂ ਦਾ ਹੋਲਡ ਹੋਊਗਾ। ਤੇ ਆਪਾਂ ਨੂੰ ਪਤਾ ਹੈ ਕਿ ਜਿੱਥੇ ਆਪਣੀ ਇੰਡੀਆ ਦੀ ਇਕਨੋਮੀ ਨੈਗੇਟਿਵ 'ਚ ਚੱਲ ਰਹੀ ਹੈ, -24% ਚੱਲ ਰਹੀ ਹੈ, ਤੇ ਆਪਣੇ ਕੁਝ ਦੇਸ਼ ਦੇ ਅਮੀਰ ਲੋਕ ਹੋਰ ਅਮੀਰ ਹੋ ਰਹੇ ਨੇ, ਉਹਦਾ ਕੀ ਕਾਰਨ ਹੈ? ਤੇ ਅੱਗੇ ਵੀ ਹੋਏਗਾ। BSNL
ਦੇ ਹਾਲਤ ਆਪਾਂ ਦੇਖੀ ਹੈ, ਆਪਾਂ ਰੇਲਵੇਜ਼ ਤੇ ਦੇਖ ਰਹੇ ਹਾਂ। ਤੇ ਹੌਲੀ ਹੌਲੀ ਕਰਕੇ ਹੁਣ ਉਹੀ ਚੀਜ਼ ਪ੍ਰਾਈਵੇਟਾਈਜੇਸ਼ਨ ਇੱਥੇ ਕਿਸਾਨੀ ਵੱਲ ਆ ਰਹੀ ਹੈ। ਹੁਣ ਕਿਸਾਨਾਂ ਦੀ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਮਨਵਾਉਣਾ ਚਾਹੁੰਦੇ ਨੇ ਕਿ ਉਹਨਾਂ ਨੇ ਅਲੱਗ-ਅਲੱਗ ਆਪਣੇ ਰੱਖੇ ਵੀ, ਸਾਨੂੰ ਇਸ ਚੀਜ਼ ਦੀ ਇਨਕਮ ਦਿੱਤੀ ਜਾਵੇ ਜਾਂ ਜਿਹੜੇ ਸਾਡੇ ਕੰਮ ਆ ਉਹਨਾਂ ਨੂੰ ਆਹ ਚੀਜ਼ ਦਿੱਤੀ ਜਾਵੇ, ਸਾਨੂੰ ਸਾਡਾ ਬੰਦਾ ਹੱਕ ਦਿੱਤਾ ਜਾਵੇ। ਤੇ ਹੁਣ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਅਗਰ ਉਹਨਾਂ ਨੂੰ ਆਪਣਾ ਫਾਇਦਾ ਦਿਖਦਾ ਹੈ ਤੇ ਫਿਰ ਕਿਸਾਨਾਂ ਨੂੰ ਵੀ ਆਪਣਾ ਫਾਇਦਾ ਦਿਖਦਾ ਹੀ। ਹਰ ਇੱਕ ਨੇ ਆਪਣਾ ਪਰਿਵਾਰ ਪਾਲਣਾ ਹੈ ਤੇ ਇਸ ਲਈ ਸਭ ਤੋਂ ਵੱਡੀ ਤਾਂ ਲੋੜ ਇਹ ਹੈ ਕਿ ਜਿਹੜੇ ਲੋਕ ਇਹਦੇ 'ਚ ਇਨਵੋਲਵ ਹੈ, ਮਤਲਬ ਸਰਕਾਰ, ਕਿਸਾਨ ਤੇ ਪ੍ਰਾਈਵੇਟ ਕੰਪਨੀਜ਼, ਐਟਲੀਸਟ ਉਹਨਾਂ ਨੂੰ ਕਦੇ ਇੱਕ ਪਲੇਟਫਾਰਮ ਤੇ ਖੜਾ ਤਾਂ ਕੀਤਾ ਜਾਵੇ। ਹੁਣ ਜਿਵੇਂ ਅਸੀਂ ਪੜ੍ਹਦੇ ਹਾਂ, ਬਹੁਤ ਸਾਰੀ ਚੀਜ਼ਾਂ ਇਹੋ ਜਿਹੀਆਂ ਜਿਵੇਂ ਹੁਣ ਮੈਂ ਪੜ੍ਹੀਆਂ ਜਾਂ ਸਮਝੀਆਂ, ਕੀ ਪਤਾ ਮੈਂ ਥੋੜ੍ਹੀਆਂ ਬਹੁਤੀਆਂ ਗਲਤ ਸਮਝ ਲਿਆ ਹੋਣ, ਕਿਉਂਕਿ ਮੇਰੇ ਕੋਲ ਇੱਕ ਸੋਚ ਤਾਂ ਸੀਗਾ ਨਹੀਂ ਜਿਹਦੇ ਤੋਂ ਮੈਂ ਪੜ੍ਹੀਆਂ, ਕੋਈ ਚੀਜ਼ ਕਿੱਥੋਂ ਪੜ੍ਹੀ, ਕੋਈ ਚੀਜ਼ ਕਿੱਥੋਂ ਪੜ੍ਹੀ, ਤੇ ਉਹ ਚੀਜ਼ ਦਾ ਬਹੁਤ ਜ਼ਿਆਦਾ ਫਰਕ ਰਹਿ ਜਾਂਦਾ। ਤੇ ਇਹੀ ਅਗਰ ਮੈਨੂੰ ਉਹ ਚੀਜ਼ ਕਿਤੇ ਇੱਕ ਜਗ੍ਹਾ ਤੇ ਮਿਲ ਜਾਂਦੀ ਤਾਂ ਮੇਰੇ ਵੀ ਕਨਸੈਪਟ ਹੋਰ ਕਲੀਅਰ ਹੁੰਦੇ। ਤੇ ਨਿਊਜ਼ ਚੈਨਲਸ ਨੂੰ, ਮੀਡੀਆ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਇੱਕ ਜਗ੍ਹਾ, ਤਾਂ ਜੋ ਸਾਡੇ ਤੱਕ, ਹੁਣ ਉਹ ਕਹਿ ਦਿੰਦੇ ਵੀ ਅੱਜ ਕੱਲ੍ਹ ਦੇ ਨੌਜਵਾਨ ਜਾਂ ਹੋਰ ਲੋਕ ਧਿਆਨ ਨਹੀਂ ਦੇ ਰਹੇ ਇਸ ਪਾਸੇ ਵੱਲ। ਜਿਹੜੇ ਧਿਆਨ ਦੇ ਵੀ ਰਹੇ ਆ ਨਾ, ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪੈ ਰਹੀ ਹੈ ਇੱਕ ਸੌਖੇ ਸਵਾਲਾਂ ਦੇ ਜਵਾਬ ਲੱਭਣ ਲਈ ਵੀ। ਜੇ ਹੀ ਉਹੀ ਚੀਜ਼ ਉਹਨਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇ ਤੇ ਜਿਹੜੇ ਲੋਕ ਸੁਣਨਾ ਵੀ ਨਹੀਂ ਚਾਹੁੰਦੇ ਜਾਂ ਪੜ੍ਹਨਾ ਵੀ ਨਹੀਂ ਚਾਹੁੰਦੇ, ਉਹਨਾਂ ਨੂੰ ਵੀ ਉਹ ਚੀਜ਼ਾਂ ਪਤਾ ਚੱਲਣਗੀਆਂ। ਹੁਣ ਜਿਵੇਂ ਕਹਿ ਦਿੰਦੇ ਨੇ ਕਿ ਆਪਣੀ ਫੂਡ ਪ੍ਰੋਡਕਸ਼ਨ ਬਹੁਤ ਵੱਧ ਗਈ ਅੱਗੇ ਨਾਲੋਂ। ਆਪਾਂ ਜਿਵੇਂ ਕਹਿ ਦਿੰਦੇ ਕਿ ਇੱਕ ਇਕਨੋਮਿਕ ਸਰਵੇ ਹੋਇਆ ਸੀਗਾ, ਉਹ ਕਹਿੰਦੇ 1950 ਤੋਂ ਬਾਅਦ ਨਾ ਇੰਡੀਆ 'ਚ ਕਦੇ ਭੁੱਖਮਰੀ ਨਹੀਂ ਹੋਈ। ਪਰ ਜੇ ਭੁੱਖਮਰੀ ਨਹੀਂ ਹੋਈ ਤੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਅੱਗੇ ਵੀ ਨਹੀਂ ਹੋਏਗੀ। ਜੇ ਫੂਡ ਪ੍ਰੋਡਕਸ਼ਨ ਵੱਧ ਰਹੀ ਹੈ ਤਾਂ ਆਪਣੀ ਪਾਪੂਲੇਸ਼ਨ ਵੀ ਉਨੀ ਵਧੀ ਹੈ। ਜੇ 1950 ਵਿੱਚ ਆਪਣੀ ਪਾਪੂਲੇਸ਼ਨ 360 ਮਿਲੀਅਨ ਸੀ ਤੇ ਹੁਣ ਆਪਣੀ ਪਾਪੂਲੇਸ਼ਨ 1.3 ਬਿਲੀਅਨ ਹੈ, ਮਤਲਬ 4 ਜਾਂ 5 ਗੁਣਾ ਪਾਪੂਲੇਸ਼ਨ ਵਧੀ ਹੈ। ਜੇ ਫੂਡ ਪ੍ਰੋਡਕਸ਼ਨ ਵੱਧ ਰਹੀ ਹੈ ਮਤਲਬ ਉਹਨਾਂ ਨੂੰ ਖਾਣ ਵਾਲੇ ਲੋਕ ਵੀ ਤਾਂ ਉਨੇ ਹੀ ਵਧੇ ਹੈ, ਉਸ ਤੋਂ ਹੀ ਵੱਧ ਵਧੇ ਹੈ। ਤੇ ਇਹ ਸੋਚਣਾ ਕਿ ਭੁੱਖਮਰੀ ਕਦੇ ਹੋਏਗੀ ਨਹੀਂ, ਇਹ ਚੀਜ਼ ਗਲਤ ਹੈ। ਹੁਣ ਬਹੁਤ ਸਾਰੀ ਚੀਜ਼ਾਂ ਹੋਰ ਨੇ ਕਿ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਅੱਗੇ ਰੱਖ ਰਹੀਆਂ, ਬਹੁਤ ਸਾਰੀ ਚੀਜ਼ਾਂ ਨੇ ਜਿਹੜੇ ਕਿਸਾਨ ਅੱਗੇ ਰੱਖ ਰਹੇ ਨੇ। ਤੇ ਇੱਕ ਤਸਵੀਰ ਜਿਹੜੀ ਕਿ ਕਲੀਅਰ ਹੋਵੇ, ਉਹ ਮਤਲਬ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਮੇਨ ਲੀਡਰਸ ਨੇ ਉਹ ਚੀਜ਼ ਸਾਡੇ ਸਾਹਮਣੇ ਪੇਸ਼ ਕਰਨ ਕਿ ਅੱਛਾ ਇਹ ਚੀਜ਼ ਹੈ ਕੀ, ਤਾਂ ਜੋ ਸਾਨੂੰ ਵੀ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਪਤਾ ਚੱਲੇ। ਹੁਣ ਉਸ ਤੋਂ ਬਾਅਦ ਤਾਂ ਆਹੀ ਹੈ ਕਿ ਅਸੀਂ ਨਹੀਂ ਚਾਹੁੰਦੇ ਵੀ ਆਹ ਵਾਲਾ ਮਾਹੌਲ ਬਣਿਆ ਰਹੇ। ਅਸੀਂ ਚਾਹੁੰਦੇ ਹਾਂ ਜੇ ਮਾਹੌਲ ਹੋਵੇ ਤਾਂ ਇਹੋ ਜਿਹਾ ਹੋਵੇ ਜਿਹਦੇ ਵਿੱਚ ਕਿ ਕਿਸਾਨ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਸਕੇ, ਉਹ ਖੁਸ਼ ਹੋਵੇ, ਉਹ ਆਪਣੇ ਹਿਸਾਬ ਨਾਲ ਖੇਤੀ ਕਰੇ। ਉਹਦੇ ਦਿਮਾਗ 'ਚ ਇਹ ਨਾ ਹੋਵੇ ਹਾਏ ਮੇਰੀ ਫਸਲ ਦਾ ਕੀ ਬਣੂ, ਮੇਰੀ ਫਸਲ ਵਿਕੂ, ਮੇਰੀ ਫਸਲ ਨਾ ਵਿਕੂ। ਉਹ ਖੁਸ਼ੀ ਆਪਣੇ ਖੇਤਾਂ 'ਚ ਕੰਮ ਕਰੇ, ਹੱਸਦਾ ਖੇਡਦਾ। ਅਸੀਂ ਇਹ ਉਮੀਦ ਕਰਦੇ ਹਾਂ ਵੀ ਅਸੀਂ ਨਹੀਂ ਕਹਿੰਦੇ ਕਿ ਸਰਕਾਰ ਨੂੰ ਨੁਕਸਾਨ ਹੋਏ, ਕਿਉਂਕਿ ਸਰਕਾਰਾਂ ਦਾ ਨੁਕਸਾਨ ਵੀ ਆਪਾਂ ਨੂੰ ਹੀ ਝੱਲਣਾ ਪਏਗਾ। ਕਿ ਸਰਕਾਰ ਦਾ ਵੀ ਫਾਇਦਾ ਹੋਵੇ, ਕਿਸਾਨਾਂ ਦਾ ਵੀ ਫਾਇਦਾ ਹੋਵੇ, ਕਿ ਹਰ ਕੋਈ ਖੁਸ਼ ਰਵੇ। ਤੇ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਤੋਂ ਅਲਵਿਦਾ ਲੈਂਦੀ ਹਾਂ। ਖੁਸ਼ ਰਹੋ, ਆਬਾਦ ਰਹੋ। शुक्रिया।